ਹੈਲੋ ਸਟੂਡੈਂਟਸ, ਤਾਂ ਆਪਾਂ ਪੜ੍ਹ ਰਹੇ ਸੀ ਬੱਚੋ 9ਵੀਂ ਕਲਾਸ ਦੇ ਵਿੱਚੋਂ ਫ੍ਰੈਂਚ ਰੈਵੋਲੂਸ਼ਨ ਪੰਜਵਾਂ ਲੈਸਨ। ਤਾਂ ਅੱਜ ਆਪਾਂ ਉਸ ਦਾ ਲਾਸਟ ਭਾਗ ਪੜਾਂਗੇ। ਜਿਸ ਤਰ੍ਹਾਂ ਫ੍ਰੈਂਚ ਰੈਵੋਲੂਸ਼ਨ ਸ਼ੁਰੂ ਹੋਈ, ਆਪਾਂ ਪੜ੍ਹਿਆ ਸੀ ਕਿਸ ਤਰ੍ਹਾਂ ਜੈਕੋਬਿਨ ਕਲੱਬ, ਡਾਇਰੈਕਟਰੀ, ਨੈਪੋਲੀਅਨ, ਲੂਈ 16ਵੇਂ ਦਾ ਉਸ ਟਾਈਮ ਰਾਜ ਸੀ, ਬੋਰਬੋ ਵੰਸ਼ ਦਾ ਰਾਜ ਸੀ ਕਿੱਥੇ, ਫਰਾਂਸ ਦੇ ਵਿੱਚ। ਤਾਂ ਅੱਜ ਆਪਾਂ ਉਸ ਦਾ ਲਾਸਟ ਭਾਗ ਪੜਾਂਗੇ। ਕੁਝ ਦਾਰਸ਼ਨਿਕ ਵੀ ਹੈਗੇ ਸੀ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਫ੍ਰੈਂਚ ਰੈਵੋਲੂਸ਼ਨ ਵਿੱਚ, ਰੂਸੋ, ਮਾਂਤੇਸਕਿਊ ਔਰ ਵਾਲਟੇਅਰ ਵਰਗੇ। ਤਾਂ ਜਿਹੜਾ ਫਰਾਂਸ ਦਾ ਰਾਜਾ ਸੀ ਲੂਈ 16ਵਾਂ, ਉਹ ਆਪਣੇ ਆਪ ਨੂੰ ਕੀ ਸਮਝਦਾ ਸੀ? ਹਾਂਜੀ, ਰੱਬ ਦਾ ਪ੍ਰਤੀਨਿਧੀ ਸਮਝਦਾ ਸੀ, ਗੋਡ ਦਾ ਪ੍ਰਤੀਨਿਧੀ ਸਮਝਦਾ ਸੀ, ਭਗਵਾਨ ਦਾ ਪ੍ਰਤੀਨਿਧੀ ਸਮਝਦਾ ਸੀ। ਔਰ ਇਸੇ ਤਰ੍ਹਾਂ ਹੀ ਸ਼ੁਰੂਆਤ ਕਿੱਥੋਂ ਹੋਈ ਸੀ? ਲੂਈ 14ਵੇਂ ਤੋਂ, ਜਿਸ ਨੂੰ ਕੀ ਕਿਹਾ ਜਾਂਦਾ ਸੀ? ਚਮਤਕਾਰ ਦੀ ਉਪਜ। ਲੂਈ 14ਵਾਂ ਜਿਹੜਾ ਕਿ ਆਪਣੇ ਆਪ ਨੂੰ ਕੀ ਕਹਿੰਦਾ ਸੀ? ਸਨ ਕਿੰਗ, ਔਰ ਇਸ ਨੂੰ ਚਮਤਕਾਰ ਦੀ ਉਪਜ ਵੀ ਕਿਹਾ ਜਾਂਦਾ ਸੀ। ਔਰ ਇਹ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਹੀ ਰਾਜ ਹਾਂ। I am the state। सन किंग, जिस तरह हाँ जी प्लैनेट्स, ग्रह ने ਜਿਹੜੇ ਦਾ प्लैनेट्स आर रिवॉल्विंग अराउंड द सन, ਤਾਂ ਉਸੇ ਤਰ੍ਹਾਂ ਹੀ ਲੂਈ 14ਵਾਂ ਸਮਝਦਾ ਸੀ ਵੀ ਸਾਰੇ ਮੇਰੇ ਆਲੇ ਦੁਆਲੇ ਹੀ ਘੁੰਮਦੇ ਨੇ। ਇਸ ਕਰਕੇ ਇਸ ਨੂੰ ਸਨ ਕਿੰਗ ਵੀ ਕਿਹਾ ਜਾਂਦਾ ਹੈ। ਸੂਰਜ ਦੀ ਤਰ੍ਹਾਂ ਵੀ ਸਾਰੇ ਗ੍ਰਹਿ ਜਿਵੇਂ ਸੂਰਜ ਦੇ ਦੁਆਲੇ ਘੁੰਮਦੇ ਨੇ, ਤਾਂ ਸਾਰਾ ਹੀ ਫਰਾਂਸ ਜਿਹੜਾ ਉਹ ਮੇਰੇ ਆਲੇ ਦੁਆਲੇ ਘੁੰਮ ਰਿਹਾ ਹੈ। ਔਰ ਚਮਤਕਾਰ ਦੀ ਉਪਜ ਕਿਹਾ ਜਾਂਦਾ ਸੀ ਲੂਈ 14ਵੇਂ ਨੂੰ, ਕਿਉਂਕਿ ਇਸ ਦਾ ਜਨਮ ਹੈ ਜਿਹੜਾ ਉਹ 22 ਸਾਲਾਂ ਬਾਅਦ ਹੋਇਆ ਸੀ। ਆਪਣੇ ਮਾਤਾ ਪਿਤਾ ਤੋਂ 22 ਸਾਲਾਂ ਬਾਅਦ ਇਸ ਦਾ ਜਨਮ ਹੋਇਆ ਸੀ। ਮੈਂ ਹੀ ਰਾਜ ਹੈ, ਕਹਿੰਦਾ ਸੀ ਆਈ ਐਮ ਦਾ ਸਟੇਟ, ਵੀ ਮੈਂ ਹੀ ਰਾਜ ਹਾਂ। ਲੂਈ 14ਵਾਂ। ਉਸ ਤੋਂ ਬਾਅਦ ਲੂਈ 15ਵੇਂ ਦੀ ਗੱਲ ਕਰੀਏ ਤਾਂ ਇਸ ਦੇ ਟਾਈਮ ਨੂੰ ਕਿਹਾ ਜਾਂਦਾ ਹੈ ਪੇਟੀਕੋਟ ਸ਼ਾਸਨ ਵਾਲੀ ਸਰਕਾਰ, ਪੇਟੀਕੋਟ ਸਰਕਾਰ। ਔਰ ਇਸ ਨੇ ਕਿਹਾ ਸੀ ਮੇਰੇ ਮਰਨ ਤੋਂ ਬਾਅਦ ਪ੍ਰਲੋ ਆਵੇਗੀ। ਇਹ ਕਿਸਨੇ ਕਿਹਾ ਸੀ? ਲੂਈ 15ਵੇਂ ਨੇ। ਔਰ ਲੂਈ 15ਵੇਂ ਦੇ ਟਾਈਮ ਨੂੰ ਪੇਟੀਕੋਟ ਸ਼ਾਸਨ ਵੀ ਕਿਹਾ ਜਾਂਦਾ, ਪੇਟੀਕੋਟ ਵਾਲੀ ਸਰਕਾਰ ਵੀ ਕਿਹਾ ਜਾਂਦਾ। ਜਿਸ ਤਰ੍ਹਾਂ ਮੁਗਲ ਬਾਦਸ਼ਾਹ ਅਕਬਰ ਦੇ ਟਾਈਮ ਨੂੰ, ਸਟਾਰਟਿੰਗ ਵਾਲੇ ਟਾਈਮ ਨੂੰ, ਜਦੋਂ ਉਸ ਦੀ ਸਟੈਪ ਮਦਰ ਮਾਂ ਮੰਗਾ ਨੇ ਉਸ ਨੂੰ ਪਾਲਣ ਪੋਸ਼ਣ ਕੀਤਾ ਸੀ, ਤਾਂ ਉਸ ਟਾਈਮ ਨੂੰ ਪੇਟੀਕੋਟ ਸ਼ਾਸਨ ਕਿਹਾ ਜਾਂਦਾ ਭਾਰਤ ਦੇ ਵਿੱਚ ਮੁਗਲ ਸ਼ਾਸਨ ਦਾ। ਤਾਂ ਉਸੇ ਤਰ੍ਹਾਂ ਹੀ ਲੂਈ 15ਵੇਂ ਦਾ ਟਾਈਮ ਜਿਹੜਾ ਸੀ ਉਹ ਪੇਟੀਕੋਟ ਸਰਕਾਰ ਦੇ ਨਾਲ ਵੀ ਮਸ਼ਹੂਰ ਹੈ। ਔਰ ਇਸ ਨੇ ਕਿਹਾ ਸੀ ਮੇਰੇ ਮਰਨ ਤੋਂ ਬਾਅਦ ਕੀ ਆਵੇਗੀ? ਪ੍ਰਲੋ ਆਵੇਗੀ। ਲੂਈ 16ਵੇਂ ਦੀ ਗੱਲ ਕਰੀਏ ਜਿਹੜਾ ਕਿ ਫ੍ਰੈਂਚ ਰੈਵੋਲੂਸ਼ਨ ਦੇ ਟਾਈਮ ਕੀ ਸੀ? ਫਰਾਂਸ ਦਾ ਸ਼ਾਸਕ ਸੀ, ਰਾਜਾ ਸੀ ਲੂਈ 16ਵਾਂ। ਤਾਂ ਇਹ ਕਹਿੰਦਾ ਸੀ ਆਈ ਐਮ ਦਾ ਸਟੇਟ ਐਂਡ ਮਾਈ ਵਰਡਸ ਔਰ ਦਾ ਲਾ। ਹਾਂਜੀ, ਮੈਂ ਹੀ ਰਾਜ ਹਾਂ ਤੇ ਮੇਰੇ ਕਹੇ ਸ਼ਬਦ ਕੀ ਨੇ? ਕਾਨੂੰਨ ਨੇ। ਇਹ ਕੌਣ ਕਹਿੰਦਾ ਸੀ? ਲੂਈ 16ਵਾਂ। ਮੈਂ ਹੀ ਰਾਜ ਹਾਂ, ਮੈਂ ਹੀ ਸਟੇਟ ਹਾਂ ਅਤੇ ਮੇਰੇ ਕਹੇ ਸ਼ਬਦ ਕੀ ਨੇ? ਹਾਂਜੀ, ਕੀ ਨੇ ਮੇਰੇ ਕਹੇ ਸ਼ਬਦ? ਕਾਨੂੰਨ ਨੇ, ਵੀ ਜੋ ਮੈਂ ਕਹਤਾ ਉਹੀ ਕਾਨੂੰਨ ਹੈ। ਤਾਂ ਲੂਈ 16ਵਾਂ ਫਰਾਂਸ ਦੀ ਕ੍ਰਾਂਤੀ ਸਮੇਂ ਸ਼ਾਸਕ ਸੀ। ਆਪਾਂ ਪੜ੍ਹਿਆ ਸੀ ਬੋਰਬੋ ਵੰਸ਼ ਦਾ ਰਾਜ ਸੀ। ਔਰ ਇਹ ਕੁਝ ਲਾਈਨਾਂ ਨੇ, ਕੁਝ ਸਲੋਗਨ ਸੀ, ਕੁਝ ਵਰਡ ਸੀ ਜਿਹੜੇ ਕਿ ਰਾਜਿਆਂ ਦੁਆਰਾ ਕਹੇ ਗਏ। ਹੁਣ ਦਾਰਸ਼ਨਿਕਾਂ ਦੀ ਗੱਲ ਕਰਦੇ ਹਾਂ ਬੱਚੋ। ਰੂਸੋ, ਤਾਂ ਇਹ ਸਭ ਤੋਂ ਮਹਾਨ ਦਾਰਸ਼ਨਿਕ ਕਿਹਾ ਜਾਂਦਾ ਹੈ। ਔਰ ਇਸ ਨੇ ਕਿਹਾ ਸੀ ਵੀ ਲੋਕਤੰਤਰੀ ਸਰਕਾਰ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ, ਉਹੀ ਸਭ ਤੋਂ ਵਧੀਆ ਸਰਕਾਰ ਹੈ। ਰੂਸੋ ਕਿਸ ਸਰਕਾਰ ਦੇ ਪੱਖ ਵਿੱਚ ਸੀ? ਲੋਕਤੰਤਰੀ ਸਰਕਾਰ ਦੇ। ਔਰ ਇਹ ਸਭ ਤੋਂ ਪ੍ਰਸਿੱਧ ਦਾਰਸ਼ਨਿਕ ਸੀ। ਸੋਸ਼ਲ ਕੰਟਰੈਕਟ, ਇਹ ਇਸ ਦੀ ਸਭ ਤੋਂ ਫੇਮਸ ਬੁੱਕ ਹੈ, ਸੋਸ਼ਲ ਕੰਟਰੈਕਟ। ਔਰ ਇਸ ਨੇ ਨਾਰਾ ਦਿੱਤਾ ਸੀ ਬੈਕ ਟੂ ਨੇਚਰ। ਬੈਕ ਟੂ ਨੇਚਰ ਦਾ ਨਾਰਾ ਕਿਸਨੇ ਦਿੱਤਾ ਸੀ? ਰੂਸੋ ਨੇ। ਰੂਸੋ ਫਰਾਂਸ ਦੇ ਜਿਹੜੇ ਕੀ ਨੇ ਸਾਰੇ ਹੀ ਦਾਰਸ਼ਨਿਕਾਂ ਦੇ ਵਿੱਚੋਂ ਪ੍ਰਸਿੱਧ गिना जाता है, महान गिना जाता है। सोशल कॉन्ट्रैक्ट बड़ी ही फेमस बुक है इसकी।
और बैक टू नेचर का नारा किसने दिता सी? हाँ जी, रूसो ने। और इसने कहा सी लोकतंत्री सरकार है जी सब तो वधिया सरकार है। और नैपोलीयन ने कहा सी रूसो बारे, नैपोलीयन की कहता सी जे फ्रांस में रूसो ना होंदा तां क्रांति ही नहीं होनी सी। हाँ जी, तो ये गल किसने कही सी? नैपोलीयन ने, नैपोलीयन बोनापार्ट। तो उसने की कहा सी जे फ्रांस में रूसो ना होंदा तां फ्रांस में की नहीं होनी सी, क्रांति ही नहीं होनी सी। ये गल किसने कही सी? नैपोलीयन ने। और रूसो ने कहा सी मैन इज बॉर्न फ्री बट everywhere he is in chains। मनुख जिहड़ा है वो स्वतंत्र पैदा होया सी पर वो हर थां ते की है जंजीरां विच जकड़िया होया। एक गल किसने कही सी? मैन इज बॉर्न फ्री बट एवरीवेयर ही इज इन चेंज। तो एक गल किसने कही सी? रूसो ने कही सी। बड़ी इंपॉर्टेंट लाइन है बच्चों। सोशल कंट्रैक्ट बुक किसदी है? रूसो दी। किहड़ी सरकार दा पक्ष करदा सी? वो लोकतंत्री सरकार दा। और रूसो बारे क्या सी? जे फ्रांस विच रूसो ना होंदा तां फ्रांस दे विच की नहीं होनी सी? क्रांति नहीं होनी सी। किसने कही सी? नैपोलीयन ने। सोशल कंट्रैक्ट रूसो की किताब है। बैक टू नेचर का नारा किसने दिता? रूसो ने दिता। मैन इज बॉर्न फ्री बट एवरीवेयर ही इज इन चेंज। मनुख स्वतंत्र पैदा होया सी पर वो हर थां ते की है जकड़िया होया जंजीरां दे विच। एक गल किसने कही सी? रूसो ने। अगले दार्शनिक की गल करते हैं तो अगला दार्शनिक सी मॉन्तेस्क्यू। मॉन्तेस्क्यू कहता सी भी राजतंत्री सरकार जिहड़ी है होनी चाहिए है। इसने राजा दियां दैवी शक्तियां नूं जिहड़ी है चुनौती दी सी। द स्पिरिट ऑफ द लॉ। ये बुक किसदी लिखी हुई है? मॉन्तेस्क्यू दी। द स्पिरिट ऑफ द लॉज। और पर्शियन लेटर्स। ये भी बुक किसदी लिखी हुई है? मॉन्तेस्क्यू दी। रूसो तो बाद अगर गल करिए तो उत्थे प्रसिद्ध दार्शनिक सी वो कौन सी? मॉन्तेस्क्यू, जिसने राजा दे किहड़े शक्तियां नूं चुनौती दी, किहड़े अधिकारां नूं? दैवी शक्तियां नूं, दैविक अधिकारां नूं चुनौती दी। और किहड़ी सरकार दा पक्षपात करदा सी? राजतंत्री सरकार दा। द स्पिरिट ऑफ द लॉज और पर्शियन लेटर्स, ये दोनों बुक्स किस दियां लिखी हुई ने? मॉन्तेस्क्यू दियां। मॉन्तेस्क्यू, द स्पिरिट ऑफ द लॉज, पर्शियन लेटर, दोनों किताबां किस दियां ने? मॉन्तेस्क्यू दियां। राजा दी किहड़ियां शक्तियां नूं चुनौती दी सी? दैवी शक्तियां नूं। किहड़ी सरकार दा पक्षपाती सी? राजतंत्री सरकार दा। ठीक है बच्चों, अगले दार्शनिक की गल करते हैं। तो वो सी वाल्टेयर। जिसनों दार्शनिकां दा राजा भी कहा जाता है। और ये भी किस सरकार दा पक्षपाती सी? राजतंत्री सरकार दा। वाल्टेयर, जिसनों दार्शनिकां दा राजा भी कहा जाता है, और ये भी किस सरकार दा पक्षपाती सी? राजतंत्री सरकार दा। लेटर्स ऑन द इंग्लिश। तो ये बुक किसदी लिखी हुई है? वाल्टेयर दी। लेटर्स ऑन द इंग्लिश किसदी बुक है? वाल्टेयर दी। राजतंत्री सरकार दा पक्षपाती सी, इसनूं दार्शनिकां दा की कहा जाता है? राजा भी कहा जाता है बच्चों। हाँ जी, तो इस तरह ही इन्होंने अपना योगदान पाया, दार्शनिकों ने। तो वोमेन्स ने, जिहड़ा इस्त्रियां ने भी अपना योगदान पाया फ्रांस दे विच। तो उन्हां दे विचों अगर आपां गल करिए ओलंपे दी गॉर्जस, तो ये वोमन सी जिसने अपना योगदान पाया फ्रेंच रेवोल्यूशन दे विच। ओलंपे दी गॉर्जस।
और औरतां नूं जिहड़ा अधिकार मिलिया सी वोट का अधिकार जिहड़ा मिलिया फ्रांस दे विच तां ओह मिलिया सी 1946 दे विच। 1946 विच वोमेन्स नूं जिहड़ा राइट मिलिया वोट पाउण दा कित्थे फ्रांस दे विच 1946 दे विच। और ओलंपिक दी गॉर्जस इन्हां दा भी इन्हां वर्गियां औरतां दा बहुत वड्डा योगदान है किस दे विच फ्रेंच रेवोल्यूशन दे विच। तां कुछ चिन्ह हैगे सी फ्रांस दे विच जिस तरह खंभा वाली औरत, खंभा वाली औरत, टुटियां जंजीरां, कानून दी सर्वोच्चता। जिहड़ी खंभा वाली औरत सी तां ओह किस चीज़ नूं प्रगट करदी सी भी कानून जिहड़ा सब तो सर्वोच्च है फ्रांस दे विच। खंभा वाली औरत तां किस दा चिन्ह सी ओह कानून दी सर्वोच्चता दा। टुटियां होईयां जंजीरां तां इह किस दा चिन्ह सी गुलामी तो आज़ादी दा। गुलामी तो आज़ादी का जिहड़ा चिन्ह सी ओह किहड़ा सी टुटियां होईयां जंजीरां। कानून दी फट्टी, कानून दी फट्टी जिहड़ा चिन्ह सी ओह सी सब नागरिक कानून सामने की ने समान ने। ये कुछ इंपॉर्टेंट चिन्ह सी। टुटियां खंभा वाली औरत जिहड़ी है उसका की सी कानून की सर्वोच्चता की निशानी सी। वो टुटियां हुई जंजीरां गुलामी तो आज़ादी सी जिस तरह फ्रेंच रेवोल्यूशन में होया। और कानून की फट्टी कानून के सामने सारे ही नागरिक जिहड़े की ने समान ने। ठीक है बच्चों, तो ये सी अपना अज का लास्ट टॉपिक फ्रेंच रेवोल्यूशन का चौथा भाग क्लास 9वीं लैसन 5वां। तो मिलांगे बच्चों अगली वीडियो नवे टॉपिक के नाल। अच्छी तरह इस टॉपिक नूं कर लेना है, तुहाडे लई बड़ा ही इंपॉर्टेंट टॉपिक है। ओके, थैंक यू।